हाँ जी दोस्तों, बहुत बहुत स्वागत है जी। ਆਪਾਂ ਅੱਜ ਇੱਕ ਤੁਹਾਨੂੰ ਇਹ ਜੇ ਬੰਦਿਆਂ ਨਾਲ ਮਿਲਾਵਾਂਗੇ ਜੀ ਜੋ ਕਿ ਕਾफ़ी ਨੌਲੇਜ ਰੱਖਦੇ ਇਹਨਾਂ ਚੀਜ਼ਾਂ ਦੀ। ਤੇ ਮੇਨ ਜਿਹੜਾ ਇਹਨਾਂ ਦਾ ਲੋਗੋ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ। ਇਹ ਤੁਸੀਂ ਦੇਖ ਸਕਦੇ ਹੋ ਕਿਸਾਨ ਆਰਮੀ। ਤੇ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ। हाँ जी, सत श्री अकाल जी साਰਿਆਂ ਨੂੰ। हाँ जी, ਤੇ ਆਪਣਾ ਨਾਮ ਪਿੰਡ ਤੇ ਦੱਸਿਓ ਜੀ ਜਰੂਰ। ਮੇਰਾ ਪਿੰਡ ਹੈ ਗੰਗੂਵਾਲਾ, ਨਾਮ ਮੇਰਾ ਜਗਦੀਪ ਸਿੰਘ ਹੈ ਜੀ। ਔਰ ਅਸੀਂ ਬਹੁਤ ਟਾਈਮ ਤੋਂ ਮਤਲਬ ਇਸ ਮੂਵਮੈਂਟ ਦੇ GKS ਮਤਲਬ ਔਰ ਕਿਸਾਨ ਆਰਮੀ ਦੇ ਸਾਡਾ ਇੱਕ ਸੰਗਠਨ ਹੈਗਾ ਜੀ। ਅਸੀਂ ਉਸ ਦੇ ਨਾਲ ਜੁੜੇ ਹੋਏ ਹੈਗੇ ਜੀ। ਔਰ ਉਸ ਦੇ ਅੰਡਰ ਹੀ ਮਤਲਬ ਕਿਸਾਨੀ ਲਈ ਮਤਲਬ ਲੜਾਈਆਂ ਪਹਿਲਾਂ ਪਾਣੀ ਲਈ ਮਤਲਬ ਗੰਗਾਨਗਰ ਡਿਸਟ੍ਰਿਕਟ ਦੇ ਵਿੱਚ ਸਾਡੇ ਪਾਣੀ ਦਾ ਪ੍ਰੋਬਲਮ ਰਹਿੰਦੀਆਂ ਹੈਗੀਆਂ ਜੀ। ਕੀ ਹੈ ਪੰਜਾਬ ਤੋਂ ਪਾਣੀ ਮਤਲਬ ਜਿੱਥੋਂ ਮਤਲਬ 45 RD ਤੋਂ ਜਿੱਥੋਂ ਸਾਨੂੰ ਮਿਲਦਾ ਹੈਗਾ ਪਾਣੀ, ਉੱਥੋਂ ਸਾਨੂੰ ਨਾਪ ਕੇ ਮਿਲਦਾ ਹੈ ਪਾਣੀ। ਔਰ ਰਸਤੇ ਦੇ ਵਿੱਚ ਕੀ ਹੈ ਕਿ ਫਾਜ਼ਿਲਕਾ ਔਰ ਏਰੀਆ ਜਿਹੜਾ ਹੈਗਾ ਉੱਥੇ ਪਾਣੀ ਹੈਗਾ ਵੀ ਉਸ ਜਗ੍ਹਾ ਤੋਂ ਸਾਡਾ ਮਤਲਬ 500-600 ਕਿਊਸੈਕ ਪਾਣੀ ਚੋਰੀ ਹੋ ਜਾਂਦਾ ਹੈਗਾ ਜੀ। ਬੇਸਿਕਲ ਅਸੀਂ ਪਾਣੀ ਦੇ ਸੰਘਰਸ਼ ਤੋਂ ਮਤਲਬ ਇੱਕ ਮਤਲਬ ਸਮਿਤੀ ਬਣਾਈ ਸੀ, ਇੱਕ ਕਮੇਟੀ ਬਣਾਈ ਸੀ। ਠੀਕ ਹੈ ਜੀ। ਉਸ ਤੋਂ ਸਾਨੂੰ ਮਤਲਬ ਘੱਟੋ ਘੱਟ ਵੀ ਅੱਜ 8-9 ਸਾਲ ਹੋ ਗਏ ਹੈਗੇ ਵੀ ਪਾਣੀ ਵਾਸਤੇ ਅਸੀਂ ਸਾਨੂੰ ਲੜਦਿਆਂ ਨੂੰ ਜੀ। ਵੀ ਗੰਗਾਨਗਰ ਡਿਸਟ੍ਰਿਕਟ ਦੇ ਵਿੱਚ ਵੀ ਸਾਡੀਆਂ ਗੰਗ ਕਨਾਲ ਡਿਸਟਰੀਬਿਊਟਰੀ ਹੈਗੀ, ਮੇਨ ਕਨਾਲ ਹੈਗੀ ਹੈ, ਉਹਦੇ ਵਿੱਚੋਂ ਡਿਸਟਰੀਬਿਊਟਰੀਆਂ ਨਿਕਲੀਆਂ ਵੀ ਹੈਗੀਆਂ। ਸਾਡਾ 3200 ਕਿਊਸੈਕ ਦਾ ਗੰਗ ਕਨਾਲ ਦਾ ਪ੍ਰੋਜੈਕਟ ਹੈਗਾ ਜੀ। ਤੇ ਉਸ ਤੋਂ ਬਾਅਦ ਕੀ ਹੋਇਆ, ਹੁਣ ਮਤਲਬ ਜਿਵੇਂ ਸਰਕਾਰ ਨੇ ਜਿਹੜੇ 3 ਆਰਡੀਨੈਂਸ ਮਤਲਬ ਜਿਹੜੇ ਕੀ ਹੁਣ ਕਰੰਟ ਦੇ ਵਿੱਚ ਕਾਨੂੰਨ ਰੂਪ ਧਾਰਨ ਕਰ ਚੁੱਕੇ ਹੈਗੇ ਜੀ। ਉਹ ਜਦੋਂ ਬਣੇ ਹੈਗੇ ਆ, ਜਦੋਂ ਸ਼ੁਰੂ ਦੇ ਵਿੱਚ ਤਾਂ ਸਾਨੂੰ ਪ੍ਰੋਪਰ ਨਹੀਂ ਮਤਲਬ ਜਿਵੇਂ ਬਣਾਏ, ਚਲੋ ਆਰਡੀਨੈਂਸ ਮਤਲਬ ਪਾਸ ਕੀਤੇ ਹੈਗੇ ਆ, ਉਹ ਵੀ ਸਰਕਾਰ ਨੇ ਕੋਵਿਡ ਦੇ ਉਹ ਸਿਸਟਮ ਦੇ ਵਿੱਚ ਆੜ ਲੈ ਕੇ ਉਹ ਜਿਹੜੇ ਪਾਸ ਕੀਤੇ ਜੀ। ਜਦੋਂ ਬਾਅਦ 'ਚ ਉਹ ਕਾਨੂੰਨ ਜਦੋਂ ਅਸੀਂ ਪੜ੍ਹੇ ਪ੍ਰੋਪਰ ਜੀ, ਤੇ ਉਸ ਦੇ ਵਿੱਚ ਸਾਨੂੰ ਕਲੀਅਰ ਹੋਇਆ ਵੀ ਇਹ ਤਾਂ AMPC ਮੰਡੀਆਂ ਜਿਹੜੀਆਂ ਹੈਗੀਆਂ ਵੀ ਉਸ ਦੇ ਇੱਕ ਉਹ ਸਿਸਟਮ ਖਤਮ ਹੋ ਜਾਊਗਾ ਜੀ। ਔਰ ਦੂਸਰਾ ਜਿਹੜਾ ਹੈਗਾ ਸਰਕਾਰ ਜਿਹੜੇ ਇਹਨਾਂ AMPC ਮੰਡੀਆਂ ਮਤਲਬ ਖਤਮ ਕਰਨ ਦਾ ਰੀਜ਼ਨ ਕੀ ਹੈ, ਮਤਲਬ ਕਾਰਪੋਰੇਟ ਨੂੰ ਜਾਂ ਉਹਨਾਂ ਕੰਪਨੀਆਂ ਨੂੰ ਅਡਾਣੀਆਂ ਬਾਣੀਆਂ ਨੂੰ ਜਿਹੜਾ ਹੈਗੇ ਉਹਨਾਂ ਨੂੰ ਸਹੂਲਤ ਦੇ ਰਹੀ ਹੈਗੀ ਹੈ ਵੀ ਉਹ ਸਿੱਧਾ ਫਾਰਮਰ ਤੋਂ ਮਾਲ ਪਰਚੇਜ਼ ਕਰਨ ਜੀ। ਔਰ ਉਹ ਟੈਕਸਿਸ ਨਾ ਦੇਣਾ ਪਵੇ ਉਹਨਾਂ ਨੂੰ ਜੀ। ਉਹ ਟੈਕਸ ਨਾ ਦੇਣ ਪੈਣ ਕਰਕੇ ਕੀ ਹੋ ਗਿਆ, ਮਤਲਬ ਜਿਵੇਂ ਕਰੰਟ ਦੇ ਵਿੱਚ ਸਾਡੀ ਮਤਲਬ ਗੰਗਾਨਗਰ ਦੇ ਵਿੱਚ ਮਤਲਬ 6.5% ਟੈਕਸ ਲੱਗਦਾ ਹੈਗਾ, ਪੰਜਾਬ ਦੇ ਵਿੱਚ 8% ਲੱਗਦਾ ਹੈਗਾ, ਮੰਡੀ ਟੈਕਸ ਜਿਹੜਾ ਲੱਗਦਾ ਹੈਗਾ ਜੀ। ਉਹ ਸਿਸਟਮ ਮਤਲਬ ਟੈਕਸਿਸ ਜਦੋਂ ਖਤਮ ਹੋ ਗਏ, ਮਤਲਬ ਉਹ ਬਾਹਰ ਜਦੋਂ ਖਰੀਦਣਗੇ ਟੈਕਸਿਸ ਖਤਮ ਹੋਣਗੇ ਤਾਂ ਮਤਲਬ 2000 ਰੁਪਏ ਵਾਲੀ ਮਤਲਬ ਜਿਹੜੀ ਕਣਕ ਹੈਗੀ ਉਹਨੂੰ 160 ਰੁਪਏ ਜਿਵੇਂ ਟੈਕਸ ਪੈਂਦਾ ਹੈਗਾ, ਤਾਂ ਫਾਰਮਰ ਨੂੰ 100 ਰੁਪਏ ਵੱਧ ਦੇ ਦੇਣਗੇ ਜੀ। ਫਾਰਮਰ ਉਸ ਮਤਲਬ ਫਾਰਮਰ 5, 10, 20, 50, 100 ਰੁਪਏ ਦੇ ਲਾਲਚ ਦੇ ਵਿੱਚ ਵੀ ਉਹਨਾਂ ਨੂੰ ਵੇਚੂਗਾ ਜੀ। ਤੇ ਉਸ ਮਤਲਬ ਮੰਡੀਆਂ ਦੇ ਵਿੱਚ ਜਿਹੜੀਆਂ ਕ੍ਰਿਸ਼ੀ ਮੰਡੀ AMPC ਮੰਡੀਆਂ ਜਿਹੜਾ ਸਿਸਟਮ ਜਿਹੜਾ ਹੈਗਾ ਵੀ ਆਪਣੇ ਨਾਰਥ ਦੇ ਵਿੱਚ ਹੀ ਮਤਲਬ ਬਹੁਤ ਵਧੀਆ ਸਕਸੈਸ ਹੈਗਾ ਜੀ। ਤੇ ਉਹ ਸਿਸਟਮ ਮਤਲਬ ਜਦੋਂ ਉੱਥੇ ਫਾਰਮਰ ਨਾ ਜਾਊਗਾ ਤਾਂ ਉਹ ਕਿੰਨਾ ਕੁ ਸਰਵਾਈਵ ਕਰਨਗੇ, 1 ਸਾਲ 2 ਸਾਲ, ਉਸ ਤੋਂ ਬਾਅਦ ਉਹ ਆਪਦਾ ਸ਼ਟਅਪ ਮਤਲਬ ਕਰ ਦੇਣਗੇ ਜੀ, ਸ਼ਟ ਆਫ ਕਰ ਦੇਣਗੇ ਸਾਰਾ ਸਿਸਟਮ ਜਿਹੜਾ ਹੈਗਾ। ਉਸ ਤੋਂ ਬਾਅਦ ਕੀ ਹੈ ਵੀ ਫਾਰਮਰ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰੇਟ ਦਾ ਜਾਂ ਕੋਈ ਆਈਡੀਆ ਨਹੀਂ ਰਹਿਣਾਗਾ ਜੀ। ਉਸ ਮਤਲਬ ਇਹ ਇੱਕ ਤਾਂ ਮਤਲਬ ਫਸਟ ਇਹ ਹੋ ਗਿਆ ਜੀ। ਦੂਸਰਾ ਜਿਹੜਾ ਸਰਕਾਰ ਨੇ ਕੀਤਾ ਹੈਗਾ ਮਤਲਬ ਇੱਕ ਜਿਹੜਾ ਦੂਸਰਾ ਜਿਹੜਾ ਕਾਨੂੰਨ ਹੈਗਾ ਵੀ ਉਹ ਕਾਨੂੰਨ ਵੀ ਅਸੈਂਸ਼ੀਅਲ ਮਤਲਬ ਕਮੋਡਿਟੀ ਜਿਹੜੀ ਹੈਗੀ ਵੀ ਉਹ ਅਨਲਿਮਿਟਿਡ ਕਰਤੀ ਜੀ। ਅਸੈਂਸ਼ੀਅਲ ਕਮੋਡਿਟੀ ਹੈ ਜਦੋਂ ਅਨਲਿਮਿਟਿਡ ਕਰਤੀ ਹੈਗੀ ਹੈ ਤਾਂ ਉਸ ਦਾ ਸਟਾਕ ਆਮ ਵਪਾਰੀ ਵਰਗ ਜਾਂ ਆਮ ਜਿਹੜਾ ਨੋਰਮਲ ਜਿਹੜੇ ਆਮ ਕਸਬਿਆਂ ਦੇ ਵਿੱਚ ਜਾਂ ਡਿਸਟ੍ਰਿਕਟ ਦੇ ਹੈੱਡ 'ਤੇ ਮਤਲਬ ਜਿਹੜੇ ਬੈਠੇ ਹੈਗੇ ਉਹ ਕਿੰਨਾ ਕਰ ਲੈਣਗੇ ਜੀ। ਇਹ ਸਾਡੇ ਏਰੀਆ ਮਤਲਬ ਸਾਡੇ ਗੰਗਾਨਗਰ ਡਿਸਟ੍ਰਿਕਟ ਜਾਂ ਉਸ ਏਰੀਏ ਦੇ ਵਿੱਚ ਸਾਡੇ ਬਾਹਰਲੇ ਬਹੁਤ ਹੁੰਦਾ ਜੀ। ਬਾਹਰਲੇ ਸਾਡੇ ਮਤਲਬ ਤਹਿਸੀਲ ਹੈੱਡਕੁਆਟਰ 'ਤੇ ਮਤਲਬ ਮੋਸਟਲੀ ਮਤਲਬ ਸਾਰੀਆਂ ਤਹਿਸੀਲਾਂ 'ਤੇ ਮਤਲਬ ਜਿਵੇਂ ਉੱਥੇ ਸੋਇੰਗ ਹੁੰਦਾ ਹੈਗਾ, ਹਰੇਕ ਤਹਿਸੀਲ ਹੈੱਡਕੁਆਟਰ 'ਤੇ 2-2 3-3 ਮਤਲਬ ਵਪਾਰੀ ਹੈ ਜਿਹੜੇ ਕਿ ਮਤਲਬ ਉਹਨਾਂ ਨੇ ਪੈਪਸੀ ਜਾਂ ਪੈਪਸੀਕੋ ਜਾਂ ਹੋਰ ਜਿਹੜੀਆਂ ਕੰਪਨੀਆਂ ਉਹਨਾਂ ਨੇ ਨਿਯੁਕਤ ਕੀਤੇ ਹੋਏ ਹੈਗੇ ਆ। 50% ਸਾਡਾ ਬਾਹਰਲੇ ਜਿਹੜਾ ਹੈਗਾ ਵੀ ਉਹ 3 ਕੁ ਘਰ ਹੀ ਮਤਲਬ ਜਿਵੇਂ ਸਾਡੀ ਤਹਿਸੀਲ ਦੇ ਵਿੱਚ ਸਾਰੇ 3 ਕੁ ਘਰ ਹੀ ਉਹ ਸਾਰਾ ਖਰੀਦ ਲੈਂਦੇ ਹੈਗੇ ਆ। ਠੀਕ ਹੈ ਜੀ। ਤੇ ਜੇ ਸਪੋਜ਼ ਕਰੋ ਸਾਰਾ ਬਾਹਰਲੇ ਜਿਹੜੇ ਮਤਲਬ ਕਾਰਪੋਰੇਟ ਦੇ ਖੇਡਣੇ ਤਾਂ 6 ਘਰ ਖਰੀਦ ਲੈਣਗੇ ਔਰ 350 ਦੀ ਦੁਕਾਨ ਹੈ। 308 ਦੀ ਦੁਕਾਨ ਦੇ ਅਕੋਰਡਿੰਗ ਮਤਲਬ ਜੇ ਸਿਰਫ 6 ਘਰ ਹੀ ਉਹ ਮਤਲਬ ਬਾਹਰਲੇ ਜਿਹੜਾ ਸਾਡੇ ਇੱਕ ਮਤਲਬ 40% ਏਰੀਆ ਦੇ ਵਿੱਚ ਸਾਡੇ ਬਾਹਰਲੇ ਸੌਂਗ ਆਉਂਦਾ ਹੈਗਾ, ਉਹ 6 ਘਰ ਖਰੀਦ ਲੈਣਗੇ ਤੇ ਬਾਕੀ 270 ਘਰ ਮਤਲਬ ਕਿੱਧਰ ਜਾਣਗੇ ਜੀ। ਉਹਨਾਂ ਨਾਲ ਮਤਲਬ ਕਿੰਨਾ ਮਜ਼ਦੂਰ ਜੁੜਿਆ ਹੋਇਆ ਹੈਗਾ, ਕਿੰਨਾ ਉਹਨਾਂ ਦਾ ਸਾਰਾ ਆਪਦਾ ਸਿਸਟਮ ਜਿਹੜਾ ਸਾਰਾ ਜੁੜਿਆ ਹੋਇਆ ਹੈਗਾ ਜੀ। ਵੀ ਦੂਸਰਾ ਤਾਂ ਕਾਨੂੰਨ ਆ ਹੋ ਗਿਆ। ਤੀਸਰਾ ਜਿਹੜਾ ਹੈਗਾ ਵੀ ਇਹਨਾਂ ਨੇ ਫਾਰਮਰ ਨੂੰ ਮਤਲਬ ਜਿਹੜਾ ਵੀ ਆਲ ਓਵਰ ਇੰਡੀਆ ਜਿੱਥੇ ਮਰਜ਼ੀ ਵੇਚ ਸਕਦਾ ਜੀ। ਫਾਰਮਰ ਦੀ ਕੈਪੈਸਿਟੀ ਤਾਂ ਮਤਲਬ ਇੰਨੀ ਕੀ ਹੈਗੀ ਹੈ, ਮੋਸਟਲੀ ਨਾਰਮਲ ਫਾਰਮਰ ਜਿਹੜਾ ਹੈਗਾ ਵੀ ਉਹ ਤਾਂ ਹੈਂਡ ਟੂ ਮਾਊਥ ਹੈ ਜੀ। 80% ਮਤਲਬ ਜਿਹੜਾ ਫਾਰਮਰ ਹੈ ਹੈਂਡ ਟੂ ਮਾਊਥ ਹੈ। ਉਹ ਸਿਰਫ ਤੋਂ ਸਿਰਫ ਮਤਲਬ ਆਪਦੀ ਜਿਹੜੀ ਮੰਡੀ ਹੈਗੀ ਹੈ ਜਿਹੜੀ 5-10 ਕਿਲੋਮੀਟਰ ਦੇ ਜਿਹੜੀ ਉਹਦੇ ਅੰਡਰ 'ਚ ਹੀ ਰਹਿੰਦਾ ਜੀ, ਜ਼ਿਆਦਾ ਉਹਦੇ ਅੰਡਰ 'ਚ ਹੀ ਰਹਿੰਦਾ ਹੈਗਾ। ਉਹ ਡਿਸਟ੍ਰਿਕਟ ਹੈਡ ਤੱਕ ਵੀ ਨਹੀਂ ਆ ਸਕਦਾ ਹੈਗਾ। ਬਿਲਕੁਲ। ਉਹ ਕਿੱਥੋਂ ਮਤਲਬ ਸਪੋਜ਼ ਕਰੋ ਵੀ ਗੰਗਾਨਗਰ ਤੋਂ ਚੱਲਿਆ ਜਾਂ ਮਤਲਬ ਲੁਧਿਆਣੇ ਤੋਂ ਚੱਲਿਆ ਜਾਂ ਮਤਲਬ ਬਠਿੰਡੇ ਤੋਂ ਚੱਲਿਆ, ਬਹੁਤ ਪੈਂਦਾ ਜੀ ਟਰਾਂਸਪੋਰਟੇਸ਼ਨ ਦੇ ਅਕੋਰਡਿੰਗ ਮਤਲਬ ਕਿੱਥੋਂ ਉਹ ਮਾਲ ਵੇਚ ਲੂਗਾ ਕਿਤੇ ਬਾਹਰ ਜਾ ਕੇ ਜੀ।
ਉਹ ਔਰ ਦੂਸਰੀ ਗੱਲ ਹੈ ਉਹ ਤਾਂ ਲਾਅ ਪਹਿਲਾਂ ਹੀ ਸੀਗਾ ਵੀ ਫਾਰਮਰ ਜਿਹੜਾ ਹੈਗਾ ਆਪਦੀ ਖੁੱਲੀ ਫਸਲ ਜਿਹੜੀ ਹੈਗੀ ਹੈ ਕਿਸੇ ਟਰਾਲੀ ਦੇ ਵਿੱਚ ਪਾ ਲੇ, ਟਰੱਕ ਦੇ ਵਿੱਚ ਪਾ ਲੇ, ਆਲ ਓਵਰ ਇੰਡੀਆ ਜਿੱਥੇ ਮਰਜ਼ੀ ਸੇਲ ਕਰ ਸਕਦਾ ਹੈਗਾ। ਬਿਲਕੁਲ ਕਰ ਸਕਦੇ ਉਹਦਾ ਮਤਲਬ ਇਹ ਔਰ ਦੂਸਰੀ ਗੱਲ ਹੈ ਵੀ ਇਹ ਤਿੰਨੇ ਲਾਅ ਜਿਹੜੀ ਹੈਗੀ ਹੈ ਵੀ ਉਹ ਇੱਕ ਦੂਜੇ ਨਾਲ ਅਟੈਚਡ ਹੈਗੇ ਆ ਜੀ। ਵੀ ਇਹ ਜਿਹੜੇ ਤਿੰਨੋਂ ਲਾਅ ਹੈਗੇ ਇੱਕ ਜਿਹੜਾ ਹੈਗਾ ਵੀ ਕੰਟਰੈਕਟ ਫਾਰਮਿੰਗ ਦਾ ਜਿਹੜਾ ਹੈਗਾ ਕੰਟਰੈਕਟ ਫਾਰਮਿੰਗ ਜਿਹੜਾ ਇਹ ਤੋਂ ਸਭ ਤੋਂ ਘਾਤਕ ਹੈ ਜੀ। ਠੀਕ ਹੈ ਜੀ। ਕੰਟਰੈਕਟ ਫਾਰਮਿੰਗ ਹੀ ਇਹ ਸਿਸਟਮ ਨੂੰ ਮਤਲਬ ਡਿਸਟਰਬ ਕਰਦਾ ਹੈਗਾ ਵੀ ਕੰਟਰੈਕਟ ਦੇ ਵਿੱਚ ਜਿਹੜੇ ਉਹਨਾਂ ਦਾ ਉਸ ਦੇ ਵਿੱਚ ਜਿਹੜੀਆਂ ਬਹੁਤ ਪੁਆਇੰਟਸ ਜਿਹੜੇ ਹੈਗੇ ਕੰਟਰੈਕਟ ਫਾਰਮਿੰਗ ਦੇ ਵਿੱਚ ਜਿਹੜੇ ਹੈ ਕਿ ਉਹ ਬਹੁਤ ਵੱਡੇ ਲੈਵਲ 'ਤੇ ਮਤਲਬ ਫਾਰਮਰ ਨੂੰ ਮਤਲਬ ਡਿਸਟਰਬ ਕਰਦੇ ਹੈਗੇ। ਠੀਕ ਹੈ ਜੀ। ਤੇ ਇਹ ਤਿੰਨ ਲਾ ਤਾਂ ਇਹ ਹੋ ਗਏ ਮਤਲਬ ਐਸ ਦੇ ਪ੍ਰੋਟੈਸਟ ਦੇ ਵਿੱਚ ਅਸੀਂ ਸਾਰੇ ਮਤਲਬ ਜਿਹੜੇ ਸਾਰੇ ਕਿਸਾਨ ਵੀਰ ਜਿਹੜੇ ਹੈਗੇ ਆ ਵੀ ਇੱਥੇ ਆਏ ਹੋਏ ਹੈਗੇ। ਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਬੈਠੇ ਆ ਜੀ? ਅਸੀਂ 28 ਤਰੀਕ ਤੋਂ ਇੱਥੇ ਬੈਠੇ 28 ਤਰੀਕ ਤੋਂ ਬੈਠੇ ਹੋ। ਹਾਂਜੀ ਹਾਂ। ਤੇ ਗਾਂ ਦਾ ਕੀ ਪਲਾਨ ਹੈ ਜੀ? ਸਾਡਾ ਪਲਾਨ ਤਾਂ ਇਹ ਸਾਡਾ ਸਾਰਾ ਪੂਰਾ ਕੰਪਲੀਟ ਸੈਟਅਪ ਹੈ ਜੀ। ਵੀ ਸਾਨੂੰ ਪਹਿਲਾਂ 2 ਮਹੀਨੇ ਬਾਈ ਰੱਖਣ, 4 ਮਹੀਨੇ ਬਾਈ ਰੱਖਣ, 6 ਮਹੀਨੇ ਬਾਈ ਰੱਖਣ, ਅਸੀਂ ਮਤਲਬ ਰੈਡੀ ਹੋ ਕੇ ਆਏ ਬਿਲਕੁਲ ਜੀ। ਸਾਨੂੰ ਉਸ ਗੱਲ ਦਾ ਕੋਈ ਨਹੀਂ। ਸਾਡਾ ਸਾਰਾ ਸਿਸਟਮ ਜਿਹੜਾ ਹੈਗਾ ਵੀ ਐਜ਼ ਏ ਮਤਲਬ ਕਿਚਨ ਕੀ ਸਾਡਾ ਮਤਲਬ ਫੂਡ ਜਿਹੜਾ ਹੈਗਾ ਵੀ ਸਾਰੇ ਮਤਲਬ ਕਿਸਾਨ ਵਰਗ ਹੁਣ ਮਤਲਬ ਅੱਗੇ ਤਾਂ ਇਹਨਾਂ ਨੇ ਬਹੁਤ ਕੁਝ ਕੋਸ਼ਿਸ਼ ਕੀਤੀਆਂ ਹੈਗੀਆਂ ਮਤਲਬ ਕਿਸਾਨ ਨੂੰ ਜਾਂ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਆਪਦੀ ਜਿਹੜੀ ਉਹਨਾਂ ਦੇ ਵਿੱਚ ਵਰਗ ਲਾਉਣ ਦੀ। ਬਿਲਕੁਲ ਜੀ। ਪਰ ਨਾਰਮਲੀ ਇੱਥੇ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਹੈਗਾ, ਜਿਹੜੀ ਪ੍ਰੈਕਟਿਸ ਚੱਲ ਰਹੀ ਹੈਗੀ, ਇਹ ਨਾਰਮਲੀ ਹੈ ਜੀ। ਕੋਈ ਬਹੁਤ ਪੀਸਫੁਲੀ ਹੈਗੀ ਹੈ ਵੀ ਸਾਨੂੰ ਇਸ ਗੱਲ ਨਾਲ। ਔਰ ਆਮ ਅਸੀਂ ਮਾਰਕੀਟ ਦੇ ਵਿੱਚ ਵੀ ਜਾਂਦੇ ਹੈਗੇ ਆ, ਮਾਰਕੀਟ ਦੇ ਵਿੱਚ ਵੀ ਲੋਕਾਂ ਨੂੰ ਮੋਸਟਲੀ ਅਸੀਂ ਪੁੱਛਦੇ ਹੈਗੇ ਆ ਵੀ ਤੁਹਾਨੂੰ ਕੋਈ ਮਤਲਬ ਇਸ ਫਾਰਮਰ ਜੋ ਪ੍ਰੋਟੈਸਟ ਕਰ ਰਹੇ ਹੈਗੇ ਉਹਨਾਂ ਨੂੰ ਤੁਹਾਨੂੰ ਕੋਈ ਦੁੱਖ ਤਕਲੀਫ ਹੋਵੇ ਜੀ, ਉਹਨਾਂ ਦਾ ਕਿਸੇ ਦਾ ਵੀ ਨਹੀਂ। ਉਹ ਕਹਿੰਦੇ ਵੀ ਠੀਕ ਹੈ ਵੀ ਤੁਸੀਂ ਆਪਦੇ ਹੱਕ ਲਈ ਲੜ ਰਹੇ ਹੋ, ਬਹੁਤ ਪੀਸਫੁਲੀ ਲੜ ਰਹੇ ਹੋ ਜੀ। ਵੀ ਸਾਨੂੰ ਇਹ ਬਹੁਤ ਵਧੀਆ ਗੱਲ ਹੈਗੀ ਹੈ ਵੀ ਤੁਸੀਂ ਇਕੱਲੇ ਨਹੀਂ ਲੜ ਰਹੇ, ਮਤਲਬ ਤੁਸੀਂ ਸਾਡੇ ਵਾਸਤੇ ਵੀ ਲੜ ਰਹੇ ਹੈਗੇ। ਬਿਲਕੁਲ ਜੀ, ਬਿਲਕੁਲ। ਉਹ ਤਾਂ ਸਮਰਥਨ ਕਰ ਰਹੇ ਆ ਜੀ। ਹਾਂਜੀ ਹਾਂ। ਔਰ ਜੇ ਹਾਈ ਕਾਰਪੋਰੇਟ ਜੇ ਮਤਲਬ ਇਹ ਰੈਵੋਲੂਸ਼ਨ ਜਿਹੜਾ ਹੈਗਾ ਜਿਹੜਾ ਇੰਡੀਆ ਦੇ ਵਿੱਚੋਂ ਸਟਾਰਟ ਹੋਇਆ ਹੈਗਾ, ਇੰਡੀਆ ਦੇ ਵਿੱਚੋਂ ਕਿ ਬੇਸ ਪੰਜਾਬ ਔਰ ਹਰਿਆਣਾ ਜੀ। ਬੇਸ ਪੰਜਾਬ ਤਾਂ ਆਪਾਂ ਆਖੀਏ ਵੀ ਹਰਿਆਣਾ ਵੀ ਪੰਜਾਬ ਦਾ ਹੀ ਪਾਰਟ ਹੈ ਜੀ, ਹਿਮਾਚਲ ਵੀ ਪੰਜਾਬ ਦਾ ਪਾਰਟ ਹੈਗਾ। ਜੇ ਆਪਾਂ ਪੰਜਾਬ ਦੀ ਪੁਰਾਣੀ ਦੀ ਆਪਾਂ ਗੱਲ ਸੋਚੀਏ ਤਾਂ ਵੀ ਸਾਰਾ ਏਰੀਆ ਪੰਜਾਬ ਦਾ ਹੀ ਹੈ ਜੀ। ਇਹ ਸਾਰਾ ਪੰਜਾਬ ਜਿਹੜਾ ਸਾਂਝਾ ਪੰਜਾਬ ਜਿਹੜਾ ਹੈਗਾ ਜੀ, ਇਹ ਪੰਜਾਬ ਮਤਲਬ ਪ੍ਰੋਟੈਸਟ ਲਈ ਖੜਾ ਹੋਇਆ ਔਰ ਸਾਰਾ ਇੰਡੀਆ ਵੀ ਇਸ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਹੈਗਾ। ਬਿਲਕੁਲ ਜੀ। ਕਿੱਥੋਂ ਉੱਤਰ ਪ੍ਰਦੇਸ਼ ਚੋਂ ਨਹੀਂ ਕਰ ਰਿਹਾ ਹੈ, ਕਿ ਯੂਪੀ ਦੇ ਵਿੱਚੋਂ ਨਹੀਂ ਕਰ ਰਿਹਾ ਹੈਗਾ, ਕਿ ਕੇਰਲਾ ਦੇ ਵਿੱਚੋਂ ਨਹੀਂ ਕਰ ਰਿਹਾ ਹੈਗਾ, ਕਿੱਥੋਂ ਦਾ ਲੋਕ ਇੱਥੇ ਮਤਲਬ ਆਉਂਦੇ ਹੈਗੇ, ਪਹੁੰਚੇ ਹੋਏ ਵੀ ਹੈਗੇ। ਬਿਲਕੁਲ ਜੀ, ਬਿਲਕੁਲ। ਤੇ ਅਸੀਂ ਜਿਹੜਾ ਇਹ ਤੁਹਾਡਾ ਸਿੰਬਲ ਦਿੱਤਾ ਹੋਇਆ ਜੀ, ਮੈਂ ਅਗਰ ਮੈਂ ਦੇਖ ਰਿਹਾ ਹੈਗਾ, ਇਹਦਾ ਮੈਨੂੰ ਮਤਲਬ ਸਮਝਾਓ ਜੀ। ਇਹ ਸਿੰਬਲ ਦਾ ਹੀ ਮਤਲਬ ਬੇਸ ਜਿਹੜਾ ਹੈਗਾ ਸਿੰਬਲ ਦਾ ਮਤਲਬ ਦੋ ਹੈ, ਇੱਕ ਖਾਲਾ ਹੀ ਜੀ ਫਾਰਮਰ ਔਰ ਇੱਕ ਦੂਸਰਾ ਹੈਗਾ ਮਤਲਬ ਆਰਮੀ ਦਾ ਮਤਲਬ ਇੱਕ ਗਨ ਦਾ ਨਿਸ਼ਾਨ ਹੈਗਾ ਜੀ। ਔਰ ਵਿੱਚ ਇਹ ਭਾਰਤ ਦਾ ਲੋਗੋ ਹੈ ਜੀ, ਮਤਲਬ ਚੱਕਰ ਬਣਿਆ ਹੋਇਆ ਹੈਗਾ ਜੀ, ਅਸ਼ੋਕ ਚੱਕਰ ਬਣਿਆ ਹੋਇਆ ਹੈਗਾ। ਐਸ ਦੋਨਾਂ ਨੂੰ ਸਪੋਰਟ ਕਰਨ ਵਾਲਾ ਹੈਗਾ 85% ਜਿਹੜਾ ਫਾਰਮਰ ਹੈਗਾ ਜੀ, ਔਰ ਮਤਲਬ ਜਿਹੜੀ ਬਾਰਡਰ ਤੇ ਜਿਹੜੀ ਆਰਮੀ ਹੈਗੀ ਹੈ ਉਹਦੇ ਵਿੱਚ ਮੈਕਸਿਮਮ ਸ਼ਮੂਲੀਅਤ ਜਿਹੜੀ ਹੈਗੀ ਉਹ ਕਿਸਾਨ ਵਰਗ ਦੀ ਹੈ ਜੀ। ਮਤਲਬ ਸਾਡੇ ਰੂਰਲ ਦੇ ਵਿੱਚੋਂ ਮਤਲਬ ਜਿਹੜੇ ਹੈਗੇ ਵੀ ਸਾਡੇ ਕਿਸਾਨ ਮਤਲਬ ਜਿਹੜੇ ਫੌਜੀ ਵੀਰ ਜਿਹੜੇ ਹੈਗੇ ਆ ਮੈਕਸਿਮਮ ਸਾਡੇ ਮਤਲਬ ਉਹ ਰੂਰਲ ਦੇ ਵਿੱਚੋਂ ਹੈਗੇ ਆ। ਔਰ ਦੂਸਰਾ ਜਿਹੜਾ ਹੈਗਾ ਮਤਲਬ ਇੰਡੀਆ ਨੂੰ ਜੇ ਸਪੋਰਟ ਕਰ ਰਿਹਾ ਹੈਗਾ ਹੁਣ ਕਰੰਟ ਦੇ ਵਿੱਚ ਕੋਵਿਡ ਦੇ ਵਿੱਚ ਮਤਲਬ ਜਿੰਨਾ ਵੀ ਇਹ ਡਾਊਨਫਾਲ ਆਇਆ ਹੈਗਾ, ਦੇਖੋ GDP ਮਤਲਬ ਜੇ ਡਾਊਨ ਹੋਈ ਮਤਲਬ ਇੰਡਸਟਰੀ ਦੀ ਸਾਰੇ ਸਿਸਟਮ ਦੀ ਜਿਹੜਾ ਜਿੰਨਾ ਵੀ ਉਹ GDP ਨੂੰ ਜੇ ਪਲੱਸ ਕੀਤਾ ਤਾਂ ਮਤਲਬ ਸਿਰਫ ਇੱਕ ਫਾਰਮਿੰਗ ਦੇ ਮਤਲਬ ਫਾਰਮਿੰਗ ਹੀ ਨਹੀਂ ਮਤਲਬ ਉਹਨੂੰ ਬੂਸਟ ਕੀਤਾ ਕੁਛ। ਬਿਲਕੁਲ ਜੀ। ਤੇ ਸਾਨੂੰ ਤਾਂ ਸਰਕਾਰ ਤੋਂ ਆਹੀ ਅਸੀਂ ਕਰ ਰਹੇ ਹੈਗੇ ਆ ਉਹਨੂੰ ਸਰਕਾਰ ਨੂੰ ਵੀ ਤੁਸੀਂ ਆ ਜਿਹੜੇ ਕਾਲੇ ਕਾਨੂੰਨ ਹੈਗੇ ਆ ਇਸ ਨੂੰ ਇਹਨਾਂ ਨੂੰ ਵਾਪਸ ਲੈ ਲਓ ਜੀ, ਵੀ ਅਸੀਂ ਵਾਪਸ ਕਰਾਉਣ ਦੇ ਹੱਕ ਦੇ ਵਿੱਚ ਹੀ ਹੈਗੇ ਆ। ਉਹ ਅਮੈਂਡਮੈਂਟ ਕਰਨਗੇ ਮਤਲਬ ਕੋਈ ਮਤਲਬ ਕੁਛ ਗੱਲਾਂ ਥੋੜ੍ਹੀਆਂ ਅਮੈਂਡਮੈਂਟ ਕਰ ਦੇਣਗੇ ਉਹਨੂੰ ਜਾਂ ਰੋਕ ਦੇਣਗੇ। ਉਸ ਤੋਂ ਬਾਅਦ ਜਿਹੜੀ ਨੈਕਸਟ ਸਰਕਾਰ ਆਊਗੀ ਉਹ ਫੇਰ ਉਸ ਦੇ ਉੱਤੇ ਫੇਰ ਮਤਲਬ ਸਾਨੂੰ ਪ੍ਰੋਟੈਸਟ ਕਰਨਾ ਪਊਗਾ ਜੀ। ਅਸੀਂ ਉਸੇ ਕਰਕੇ ਸਾਡਾ ਮਤਲਬ ਇੱਕ ਹੀ ਏਜੰਡਾ ਹੈਗਾ ਵੀ ਆ ਜਿਹੜੇ ਤਿੰਨੇ ਜਿਹੜੇ ਕਾਲੇ ਕਾਨੂੰਨ ਜਿਹੜੇ ਬਣਾਏ ਹੈ ਗਵਰਨਮੈਂਟ ਨੇ ਵੀ ਇਹ ਇਹਨਾਂ ਵਾਪਸ ਹੋਣੇ ਚਾਹੀਦੇ, ਪ੍ਰੋਪਰ ਆਪਦੀ ਪ੍ਰਕਿਰਿਆ ਨਾਲ ਜਿਹੜੀ ਹੈਗੀ ਆ ਵੀ ਇਹ ਵਾਪਸ ਹੋਣੇ ਚਾਹੀਦੇ ਹੈ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਕਿੰਨਾ ਟਾਈਮ ਚੱਲ ਸਕਦੀ ਹੈ ਪ੍ਰੋਟੈਸਟ? ਕਦੋਂ ਤੱਕ ਸਰਕਾਰ ਮੰਨਣ ਦੇ ਚਾਂਸ? ਪ੍ਰੋਟੈਸਟ ਦੇਖੋ ਜੀ ਬਾਹਲਾ ਤਾਂ ਨਹੀਂ ਪਤਾ ਗਾ, ਮਤਲਬ ਉਸ ਦਾ ਗੱਲ ਆਈਡੀਆ ਨਹੀਂ ਆਪਾਂ ਕਹਿ ਸਕਦੇ ਵੀ ਸਰਕਾਰ ਦੇ ਮਨ ਦੇ ਵਿੱਚ ਕੀ ਹੈਗੀ ਹੈ ਜੀ। ਹੁਣ ਇਹਨਾਂ ਨੇ ਸਰਕਾਰ ਨੇ ਤੋੜਤਾ, ਜਿਵੇਂ ਮਤਲਬ ਗੱਲਬਾਤ ਨਹੀਂ ਕਰ ਰਹੀ ਗੀ ਵੀ ਜਿਹੜੀ ਮਤਲਬ ਗੱਲਬਾਤ ਚੱਲ ਰਹੀ ਸੀ, ਜਦ ਕਿ ਇਹ ਮਤਲਬ ਇਹਨਾਂ ਦੀ ਵਰਡਿੰਗ ਸੀਗੀ ਮਤਲਬ ਸ਼ੁਰੂ ਦੇ ਵਿੱਚ ਮਤਲਬ ਜਿੰਨੇ ਵੀ ਮੀਟਿੰਗਾਂ ਹੋਣੀਆਂ ਕਿਸਾਨ ਜਥੇਬੰਦੀਆਂ ਨਾਲ, ਤੇ ਉਹ ਜਿੰਨੀਆਂ ਵੀ ਜਿਹੜੀ ਜਥੇਬੰਦੀਆਂ ਨਾਲ ਮੀਟਿੰਗ ਜਿਹੜੀ ਹੋਈ ਉਹਨਾਂ ਚਿਰ ਮਤਲਬ ਉਸ ਤੋਂ ਪਹਿਲਾਂ ਆਏ ਸੀਗਾ ਵੀ ਅਸੀਂ ਮਤਲਬ ਮੀਟਿੰਗ ਮਤਲਬ ਨੈਕਸਟ ਡੇਟ ਮਤਲਬ ਮਿਲ ਰਹੀਆਂ ਸੀਗੀਆਂ ਜੀ।
ਤੇ ਹੁਣ ਕਰੰਟ ਦੇ ਵਿੱਚ ਸਰਕਾਰ ਨੇ ਮਤਲਬ ਜਿਹੜੀਆਂ ਜਿੰਨੀਆਂ ਵੀ ਮੀਟਿੰਗ ਮਤਲਬ ਲਾਸਟ ਮੀਟਿੰਗ ਹੋਈ ਉਸ ਤੋਂ ਬਾਅਦ ਕੋਈ ਮਤਲਬ ਕਾਲ ਨਹੀਂ ਸੀ ਫਾਰਮਰ ਮਤਲਬ ਜਿਹੜੇ ਜੀ ਆਗੂ ਹੈ ਸਾਡੇ ਜਿਹੜੇ ਹੈਗੇ ਜੀ ਉਹਨਾਂ ਨੂੰ ਕੋਈ ਕਾਲ ਨਹੀਂ, ਟਾਲ ਮਟੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ। ਔਰ ਦੂਜੀ ਗੱਲ ਹੈ ਦੇਖੋ ਮੌਸਮ ਠੰਡਾ ਹੋ ਰਿਹਾ ਹੈਗਾ, ਬਿਲਕੁਲ ਜੀ ਬਹੁਤ ਠੰਡ ਹੈ। ਇਹ ਸਰਕਾਰ ਸੋਚ ਰਹੀ ਹੈਗੀ ਹੈ ਵੀ ਇਹ ਫਾਰਮਰ ਜਿਹੜੇ ਹੈਗੇ ਜਿਹੜੇ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਦੂਜੀਆਂ ਪਾਰਟੀਆਂ ਤੋਂ ਹੈਗੇ, ਅਸੀਂ ਕਿਸੇ ਪਾਰਟੀ ਨਾਲ ਕੋਈ ਸਾਡਾ ਕੋਈ ਲੈਣ ਦੇਣ ਨਹੀਂ ਹੈ ਜੀ। ਤੇ ਅਸੀਂ ਤਾਂ ਸਿਰਫ ਇੱਕ ਕਿਸਾਨੀ ਔਰ ਆਪਦੇ ਹੱਕ ਲਈ ਮਤਲਬ ਅਸੀਂ ਲੜਨਾ ਹੈਗੇ ਆ, ਜਿਹੜਾ ਘੱਟੋ ਘੱਟ 70 ਸਾਲ ਤੋਂ ਮਤਲਬ ਜਿਹੜੀਆਂ ਕਾਰਪੋਰੇਟਸ ਜਿਹੜੇ ਹੈਗੇ ਆ ਵੀ ਜਿਹੜੇ ਕਿਸਾਨ ਨੂੰ ਪ੍ਰੈਸ ਕਰਦੇ ਆਏ ਹੈਗੇ ਆ ਜੀ, ਅਸੀਂ ਉਸ ਦੇ ਅਗੇਂਸਟ ਜਿਹੜਾ ਹੈਗਾ ਵੀ ਸਾਡਾ ਪ੍ਰੋਟੈਸਟ ਜਿਹੜਾ ਹੈਗਾ ਇਹ ਆਵਾਜ਼ ਉਠਾਉਣ ਵਾਸਤੇ ਹੈਗੇ ਵੀ ਇਹ ਜੇ ਆਪਾਂ ਦੇਖਿਆ ਜਾਵੇ ਤਾਂ ਮਤਲਬ ਇਹ ਕਾਰਪੋਰੇਟਸ ਦੇ ਅਗੇਂਸਟ ਆਲ ਓਵਰ ਵਰਲਡ ਦਾ ਹੀ ਕਿਸਾਨ ਡਿਸਟਰਬ ਹੈ। ਬਿਲਕੁਲ ਜੀ, ਦੇਖੋ ਉਹ ਕੰਟਰੀਆਂ ਯੂਰੋਪੀਅਨ ਕੰਟਰੀਆਂ ਜਿਹੜੀਆਂ ਕੰਟਰੀਆਂ ਉਹ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਨੇ, ਬਿਲਕੁਲ ਜੀ, ਉਹ ਸਬਸਿਡਾਈਜ਼ ਮਤਲਬ ਫਾਰਮਰਸ ਨੂੰ ਇੰਨਾ ਕਰਦੀਆਂ ਹੈਗੀਆਂ, ਬਹੁਤ ਜ਼ਿਆਦਾ ਕਰਦੀਆਂ ਜੀ, ਉਹ ਸਰਵਾਈਵ ਕਰ ਰਹੇ ਹੈਗੇ। ਬਿਲਕੁਲ ਬਿਲਕੁਲ। ਔਰ ਇਹ ਜਿਹੜੇ ਇਹ ਇੰਡੀਅਨ ਜਿਹੜੀ ਹੈਗੀ ਹੈ ਵੀ ਇਹ ਕੰਟਰੀ ਆਪਾਂ ਆਖਦੀ ਹੈ ਡਿਵੈਲਪਿੰਗ ਕੰਟਰੀ ਹੈਗੀ ਹੈ, ਬਟ ਇਹਨਾਂ ਨੇ ਜਿਹੜੀਆਂ ਨੀਤੀਆਂ ਜਿਹੜਾ ਕੁਝ ਕੀਤਾ ਹੈਗਾ ਵੀ ਉਸ ਦੇ ਅਕੋਰਡਿੰਗ ਮਤਲਬ ਇਹ ਡਿਵੈਲਪਿੰਗ ਵਾਲੀ ਲਾਈਨ ਤੋਂ ਆਪਦਾ ਥਲੜੇ ਪਾਸੇ ਨੂੰ ਮਤਲਬ ਤੁਰ ਚੁੱਕੀ ਹੈ ਜੀ। ਬਿਲਕੁਲ ਜੀ। ਤੇ ਭੁੱਖਮਰੀ ਦੇ ਵਿੱਚ ਵੀ ਦੇਸ਼ ਦਾ ਜਿਹੜਾ ਹੈਗਾ ਵੀ ਨੰਬਰ ਹੈਗਾ ਵੀ ਉਹ ਡੇ ਬਾਈ ਡੇ ਰਾਈਜ਼ ਕਰ ਰਿਹਾ ਹੈਗਾ, ਵੀ ਕੋਈ ਆ ਨਹੀਂ ਵੀ ਉਹ ਡਾਊਨ ਹੋ ਰਿਹਾ ਹੈਗਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਬਾਕੀ ਸਾਡਾ ਮੇਨ ਏਜੰਡਾ ਤਾਂ ਆਹੀ ਹੈ ਮਤਲਬ, ਬਾਕੀ ਗੱਲਾਂ ਤਾਂ ਹੁਣ ਬਹੁਤ ਹੈਗੀਆਂ ਤੇ ਠੀਕ ਹੈ ਜੀ, ਥੈਂਕ ਯੂ ਜੀ। ਇਹ ਝੰਡਾ ਜੀ ਤੁਸੀਂ ਦੇਖ ਸਕਦੇ ਹੋ, ਹਾਂਜੀ ਤੇ ਥੈਂਕ ਯੂ। ਨੈਸ਼ਨਲ ਫਲੈਗ ਬਿਲਕੁਲ, ਤੇ ਕਿਸਾਨ ਆਰਮੀ ਦਾ, ਇਹ ਕਿਸਾਨ ਆਰਮੀ ਦਾ। ਤੇ ਠੀਕ ਹੈ ਜੀ, ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਲਈ।